प्यारे विद्यार्थियों, अज दी क्लास विच तुहाडा बहुत बहुत स्वागत है। सो बेटा, अज आपां करांगे योजक। जिवें कि बेटे तुसीं सारे जाणदे हो कि शब्द दो प्रकार दे हुंदे हन, सार्थक शब्द ते निरार्थक शब्द। सार्थक शब्द किहड़े हुंदे ने? ਉਹ शब्द जिन्हां दा कोई अर्थ जरूर हुंदा है। हाँ जी बेटे, निरार्थक शब्द ਉਹ शब्द हुंदे हन जिन्हां दा कोई अर्थ नहीं हुंदा। सार्थक शब्द 8 प्रकार दे हुंदे हन। हाँ जी बेटा, इहदियां 8 किस्मां हुंदियां ने, जिवें नाम, पड़नाम, विशेषण, किरिया, किरिया विशेषण, संबंधक, योजक, विस्मिक। सो हाँ जी बेटे, हुण तुसीं समझ गए होवोगे भी योजक आ जिहड़ा ਉਹ ਕੀ ਆ, शब्द ਦੀ एक किस्म आ। सो हुण आपां करांगे योजक। योजक की हुंदा है? योजक बेटे, योजक ਦਾ अर्थ हुंदा जोड़ना। भाव कि ਜਿਹੜਾ शब्द ਦੋ ਸ਼ਬਦਾਂ ਨੂੰ, ਦੋ ਵਾਕਾਂਸ਼ਾਂ ਨੂੰ, ਵਾਕਾਂ ਨੂੰ ਆਪਸ ਵਿੱਚ ਜੋੜਦਾ, ਉਹਨੂੰ ਅਸੀਂ ਕੀ ਕਹਿ ਦਿੰਦੇ ਹਾਂ? योजक। ਹਾਂਜੀ ਬੇਟੇ, ਹੁਣ योजक ਦੀ ਪਰਿਭਾਸ਼ਾ ਦੇਖੋ ਵੀ ਜਿਹੜੇ ਸ਼ਬਦ ਵਾਕ ਵਿੱਚ ਦੋ ਸ਼ਬਦਾਂ, ਵਾਕਾਂਸ਼ਾਂ, ਵਾਕਾਂ ਨੂੰ ਆਪਸ ਵਿੱਚ ਜੋੜਨ, ਉਹ योजक ਅਖਵਾਉਂਦੇ ਹਨ। ਜਿਵੇਂ ਅਤੇ, ਤੇ, ਕਿਉਂਕਿ, ਇਸ ਲਈ, ਤਾਂ ਕਿ, ਸਗੋਂ, ਭਾਵੇਂ, ਪਰ, ਜੋ, ਸੋ, ਬਲਕਿ ਆਦਿ। ਹੁਣ ਇਸੇ ਤਰ੍ਹਾਂ ਬੇਟੇ ਜਿਵੇਂ ਉਦਾਹਰਨਾਂ ਨੇ, ਉਦਾਹਰਨ ਦੇ ਤੌਰ 'ਤੇ ਪਹਿਲੀ ਉਦਾਹਰਨ ਦਿੱਤੀ ਹੋਈ ਆ, ਮਹੇਸ਼ ਅਤੇ ਸੁਰੇਸ਼ ਪੱਕੇ ਮਿੱਤਰ ਹਨ। ਹੁਣ ਬੇਟੇ ਦੋ ਨਾਂ ਦਿੱਤੇ ਹੋਏ ਨੇ, ਇੱਕ ਕੀ ਹੋ ਗਿਆ? ਮਹੇਸ਼, ਦੂਜਾ ਕੀ ਆ? ਸੁਰੇਸ਼। ਇਹਨਾਂ ਨੂੰ ਆਪਾਂ ਕਿਹੜੇ ਸ਼ਬਦ ਨਾਲ ਜੋੜਤਾ? ਅਤੇ ਨਾਲ। ਅਤੇ ਕੀ ਆ? योजक। ਠੀਕ ਆ। ਹੁਣ ਸਮਝ ਗਏ ਹੋਵੋਗੇ ਵੀ ਜਿਹੜਾ ਸ਼ਬਦ ਦੋ ਵਾਕਾਂ ਨੂੰ, ਦੋ ਵਾਕਾਂਸ਼ਾਂ ਨੂੰ, ਦੋ ਸ਼ਬਦਾਂ ਨੂੰ ਆਪਸ ਵਿੱਚ ਜੋੜਦਾ, ਉਹ ਕੀ ਹੁੰਦਾ? योजक। ਹੁਣ ਇੱਥੇ ਬੇਟੇ ਵਾਕ ਦੇ ਵਿੱਚ ਆਪਣੇ ਕੋਲ ਦੋ ਸ਼ਬਦ ਦਿੱਤੇ ਹੋਏ ਨੇ, ਇੱਕ ਕੀ ਹੋ ਗਿਆ? ਮਹੇਸ਼, ਦੂਜਾ ਕੀ ਆ? ਸੁਰੇਸ਼। ਇਹਨੂੰ ਕਿਹੜੇ ਸ਼ਬਦ ਨਾਲ ਜੋੜਤਾ? ਅਤੇ ਨਾਲ। ਅਤੇ ਕੀ ਆ? योजक। ਹੁਣ ਅਗਲਾ ਵਾਕ ਆ ਆਪਣੇ ਕੋਲ ਬੇਟੇ, ਉਹ ਨਾਲੇ ਗਾਉਂਦਾ ਹੈ, ਨਾਲੇ ਗਿਟਾਰ ਵਜਾਉਂਦਾ ਹੈ। ਹੁਣ ਇਸ ਵਾਕ ਦੇ ਵਿੱਚ ਬੇਟਾ ਦੋ ਵਾਕ ਦਿੱਤੇ ਹੋਏ ਨੇ। ਇੱਕ ਵਾਕ ਕੀ ਆ? ਉਹ ਗਾਉਂਦਾ ਹੈ। ਦੂਜਾ ਵਾਕ ਕੀ ਆ? ਉਹ ਗਿਟਾਰ ਵਜਾਉਂਦਾ ਹੈ। ਹੁਣ ਜਦੋਂ ਆਪਾਂ ਦੋ ਵਾਕਾਂ ਨੂੰ ਜੋੜਨਾ, ਹੁਣ ਆਪਾਂ ਇੱਥੇ ਦੋ ਵਾਕਾਂ ਨੂੰ ਜਦੋਂ ਜੋੜਿਆ ਤਾਂ ਆਪਾਂ ਕਿਹੜੇ ਸ਼ਬਦ ਦੀ ਵਰਤੋਂ ਕੀਤੀ? ਨਾਲੇ ਦੀ। ਠੀਕ ਆ। ਭਾਵ ਕਿ ਜਦੋਂ ਵੀ योजक ਚੁਣਨਾ, योजक ਕੀ ਆ? ਜਿਹੜਾ ਦੋ ਸ਼ਬਦਾਂ ਨੂੰ ਆਪਸ ਵਿੱਚ ਹੀ ਜੋੜਦਾ, ਦੋ ਵਾਕਾਂ ਨੂੰ ਆਪਸ ਵਿੱਚ ਹੀ ਜੋੜਦਾ। ਹੁਣ ਇਸ ਵਾਕ ਦੇ ਵਿੱਚ ਦੋ ਵਾਕ ਜੋੜੇ ਹੋਏ ਨੇ, ਉਹ ਗਾਉਂਦਾ ਹੈ, ਉਹ ਗਿਟਾਰ ਵਜਾਉਂਦਾ ਹੈ। ਆਪਾਂ ਕਿਹੜੇ ਸ਼ਬਦ ਨਾਲ ਜੋੜਤੇ? ਨਾਲੇ ਨਾਲ। ਉਹ ਨਾਲੇ ਗਾਉਂਦਾ ਹੈ, ਨਾਲੇ ਗਿਟਾਰ ਵਜਾਉਂਦਾ ਹੈ। ਅਗਲਾ ਵਾਕ ਆ ਬੇਟੇ, ਉਹ ਇਕੱਲਾ ਨਹੀਂ ਬਲਕਿ ਆਪਣੇ ਪਿਤਾ ਨਾਲ ਕੰਮ ਕਰਦਾ ਹੈ। ਇੱਥੇ ਵੀ ਕੀ ਆ? ਦੋਨਾਂ ਵਾਕਾਂ ਨੂੰ ਕਿਹੜੇ ਸ਼ਬਦ ਨਾਲ ਜੋੜਿਆ? ਬਲਕਿ ਨਾਲ। ਇਸੇ ਤਰ੍ਹਾਂ ਬੇਟੇ ਹੋਰ ਅਨੇਕਾਂ ਸ਼ਬਦ ਬਣਦੇ ਨੇ, ਜਿਵੇਂ ਆਪਾਂ ਉਦਾਹਰਨ ਦੇ ਤੌਰ 'ਤੇ ਕਹਿ ਦਿੰਦੇ ਹਾਂ, ਗੁਰਮੀਤ ਅਤੇ ਹਰਮੀਤ ਸਕੂਲ ਨਹੀਂ ਆਏ। ਇੱਥੇ ਕੀ ਆ? ਗੁਰਮੀਤ ਅਤੇ ਹਰਮੀਤ ਆ ਜਿਹੜਾ ਦੋਨੇ ਅਤੇ ਸ਼ਬਦ ਦੇ ਨਾਲ ਜੋੜਤੇ। ਹੁਣ ਹੋਰ ਵਾਕ ਜਿਵੇਂ ਪ੍ਰਧਾਨ ਮੰਤਰੀ ਆਏ ਅਤੇ ਭਾਸ਼ਣ ਦੇ ਕੇ ਚਲੇ ਗਏ। ਇੱਥੇ ਵੀ ਦੋ ਵਾਕ ਸੀ, ਜਿਵੇਂ ਪ੍ਰਧਾਨ ਮੰਤਰੀ ਆਏ, ਪ੍ਰਧਾਨ ਮੰਤਰੀ ਭਾਸ਼ਣ ਦੇ ਕੇ ਚਲੇ ਗਏ। ਦੋਨਾਂ ਵਾਕਾਂ ਨੂੰ ਆਪਾਂ ਕਿਹੜੇ ਨਾਲ ਜੋੜਤਾ? ਅਤੇ ਸ਼ਬਦ ਨਾਲ।
ਹਾਂਜੀ ਬੇਟੇ, ਹੁਣ ਯੋਜਕ ਆ ਜਿਹੜਾ ਇਹਦੀਆਂ ਦੋ ਪ੍ਰਕਾਰ ਦਾ ਹੁੰਦਾ। ਹੁਣ ਆਪਾਂ ਕੀ ਕਰਾਂਗੇ, ਯੋਜਕ ਦੀਆਂ ਕਿਸਮਾਂ। ਯੋਜਕ ਦੋ ਪ੍ਰਕਾਰ ਦੇ ਹੁੰਦੇ ਹਨ, ਸਮਾਨ ਯੋਜਕ, ਅਧੀਨ ਯੋਜਕ। ਹੁਣ ਪਹਿਲਾਂ ਆਪਾਂ ਕਰਾਂਗੇ ਬੇਟੇ ਸਮਾਨ ਯੋਜਕ। ਸਮਾਨ ਦਾ ਅਰਥ ਹੁੰਦਾ ਬਰਾਬਰ। ਜਿਹੜੇ ਸ਼ਬਦ ਦੋ ਸਮਾਨ ਜਾਂ ਬਰਾਬਰ ਦੇ ਵਾਕਾਂ ਨੂੰ ਜੋੜਨ ਦਾ ਕੰਮ ਕਰਦੇ ਨੇ, ਉਹ ਕੀ ਆ, ਸਮਾਨ ਯੋਜਕ ਅਖਵਾਉਂਦੇ ਹਨ। ਜਿਵੇਂ ਅਤੇ, ਤੇ, ਨਾਲੇ, ਸਗੋਂ, ਵਲਕੇ, ਚਾਹੇ ਆਦਿ। ਹਾਂਜੀ, ਉਦਾਹਰਨ ਵਜੋਂ ਵਾਕ ਆ ਬੇਟਾ, ਸਾਹਿਲ ਅਤੇ ਸਵਾਤੀ ਦੋਹਾਂ ਦਾ ਇੱਕੋ ਸੁਭਾਅ ਹੈ। ਹੁਣ ਬੇਟੇ ਇੱਥੇ ਦੋਨੇ ਨਾਂ ਦਿੱਤੇ ਹੋਏ ਨੇ, ਦੋਨੇ ਬਰਾਬਰ ਦੇ ਨੇ। ਸਾਹਿਲ ਨਾਂ ਦਿੱਤਾ ਹੋਇਆ ਅਤੇ ਸਵਾਤੀ ਨਾਂ ਦਿੱਤਾ ਹੋਇਆ। ਹੁਣ ਆਪਾਂ ਦੋਨਾਂ ਜਿਹੜੇ ਨਾਂ ਨੇ, ਜਿਹੜੇ ਸ਼ਬਦ ਨਾਲ ਜੋੜਿਆ, ਅਤੇ ਨਾਲ ਜੋੜਿਆ, ਅਤੇ ਕੀ ਹੋ ਗਿਆ, ਸਮਾਨ ਯੋਜਕ। ਹੁਣ ਅਗਲਾ ਵਾਕ ਆ ਬੇਟਾ, ਤੁਹਾਡੀਆਂ ਚਲਾਕੀਆਂ ਬਹੁਤ ਸਹੀਆਂ ਹਨ। ਇੱਕ ਤਾਂ ਇਹ ਵਾਕ ਹੋ ਗਿਆ। ਦੂਜਾ ਵਾਕ ਆ, ਹੁਣ ਸੁਧਰ ਜਾਓ। ਹੁਣ ਆਪਾਂ ਇਹਨਾਂ ਦੋਨਾਂ ਨੂੰ ਜੋੜਨ ਲਈ ਕਿਹੜੇ ਸ਼ਬਦ ਦੀ ਵਰਤੋਂ ਕੀਤੀ, ਇਸ ਲਈ ਦੀ। ਹੁਣ ਵਾਕ ਕੀ ਬਣ ਗਿਆ, ਤੁਹਾਡੀਆਂ ਬਹੁਤ ਚਲਾਕੀਆਂ ਸਹੀਆਂ ਹਨ, ਇਸ ਲਈ ਹੁਣ ਸੁਧਰ ਜਾਓ। ਹੋਰ ਵੀ ਅਨੇਕਾਂ ਉਦਾਹਰਨਾਂ ਨੇ ਬੇਟੇ। ਜਿਵੇਂ ਹੁਣ ਆਪਾਂ ਵਾਕ ਉਦਾਹਰਨ ਦੇ ਤੌਰ 'ਤੇ, ਜਿਵੇਂ ਪਹਿਲਾਂ ਵਾਕ ਬੋਲਿਆ ਸੀ ਗੁਰਮੀਤ ਅਤੇ ਹਰਮੀਤ, ਭਾਵ ਉਹ ਵੀ ਦੋਨੇ ਨਾਂ ਸੀ, ਅਤੇ ਨਾਲ ਜੋੜੇ ਸੀ, ਕੀ ਸੀ ਉਹ, ਕੀ ਹੋ ਗਿਆ, ਸਮਾਨ ਯੋਜਕ। ਹੁਣ ਇੱਕ ਹੁੰਦਾ ਬੇਟਾ ਅਧੀਨ ਯੋਜਕ। ਅਧੀਨ ਯੋਜਕ ਦੇ ਵਿੱਚ ਕੀ ਆ, ਇੱਕ ਕੀ ਆ, ਪ੍ਰਧਾਨ ਉਪਵਾਕ ਹੁੰਦਾ, ਦੂਜਾ ਕੀ ਆ, ਅਧੀਨ ਉਪਵਾਕ ਹੁੰਦਾ। ਹੁਣ ਪਰਿਭਾਸ਼ਾ ਆਪਣੀ ਅਧੀਨ ਯੋਜਕ ਦੀ, ਵੀ ਜਿਹੜੇ ਸ਼ਬਦ ਕਿਸੇ ਮਿਸ਼ਰਤ ਵਾਕ ਵਿੱਚ, ਮਿਸ਼ਰਤ ਵਾਕ ਹੁੰਦਾ ਬੇਟੇ ਮਿਲਿਆ ਜੁਲਿਆ, ਵੀ ਜਿਹੜੇ ਸ਼ਬਦ ਕਿਸੇ ਮਿਸ਼ਰਤ ਵਾਕ ਵਿੱਚ ਪ੍ਰਧਾਨ ਉਪਵਾਕ ਅਤੇ ਅਧੀਨ ਉਪਵਾਕਾਂ ਨੂੰ ਆਪਸ ਵਿੱਚ ਜੋੜਨ, ਉਹ ਕੀ ਆ, ਅਧੀਨ ਯੋਜਕ ਅਖਵਾਉਂਦੇ ਹਨ। ਜਿਵੇਂ ਕਿ, ਕਿਉਂਕਿ, ਤਾਂ ਕਿ, ਤਾਂ ਜੋ, ਭਾਵੇਂ, ਫਿਰ ਵੀ ਆਦਿ। ਜਿਹੜੇ ਬੇਟੇ ਇਹ ਅਧੀਨ ਯੋਜਕ ਵਾਲੇ ਵਾਕ ਹੁੰਦੇ ਨੇ, ਇਹਦੇ ਵਿੱਚ ਇੱਕ ਵਾਕ ਆ ਜਿਹੜਾ ਉਹ ਦੂਜੇ ਦੇ ਅਧੀਨ ਹੁੰਦਾ, ਉਹ ਦੂਜੇ 'ਤੇ ਡਿਪੈਂਡ ਕਰਦਾ। ਹੁਣ ਉਦਾਹਰਨ ਵਜੋਂ ਬੇਟਾ ਵਾਕ ਦਿੱਤਾ ਹੋਇਆ, ਇਹ ਜੇਲ੍ਹ ਦਾ ਉਹ ਕਮਰਾ ਹੈ। ਜਦ ਆਪਾਂ ਇੰਨਾ ਵਾਕ ਬੋਲਦੇ ਹਾਂ, ਇਹ ਪੂਰਨ ਵਾਕ ਨਹੀਂ ਸਮਝਿਆ ਜਾਂਦਾ, ਕਿਉਂਕਿ ਆਪਾਂ ਸੋਚਦੇ ਹਾਂ ਵੀ ਕੀ ਦਿੱਤਾ, ਅੱਗੇ ਕੀ ਹੋਊ। ਇਹ ਜੇਲ੍ਹ ਦਾ ਉਹ ਕਮਰਾ ਹੈ ਜਿੱਥੇ ਭਗਤ ਸਿੰਘ ਨੂੰ ਕੈਦ ਰੱਖਿਆ ਗਿਆ ਸੀ। ਕਿਉਂਕਿ ਦੋਨੇ ਵਾਕ ਬੇਟੇ ਇੱਕ ਦੂਜੇ 'ਤੇ ਡਿਪੈਂਡ ਕਰਦੇ ਨੇ, ਠੀਕ ਆ। ਹੁਣ ਪਹਿਲਾ ਵਾਕ ਆ ਜਿਹੜਾ, ਉਹਦਾ ਇਕੱਲੇ ਦਾ ਕੋਈ ਇਕੱਲਾ ਨਹੀਂ ਉਹ ਪੂਰਨ ਹੈਗਾ, ਕਿਉਂਕਿ ਇਹ ਲਿਖਿਆ ਹੋਇਆ ਇਹ ਜੇਲ੍ਹ ਦਾ ਉਹ ਕਮਰਾ ਹੈ ਜਿੱਥੇ, ਜਿੱਥੇ ਦੇ ਨਾਲ ਆਪਾਂ ਵਾਕ ਜੋੜਤਾ, ਜਿੱਥੇ ਭਗਤ ਸਿੰਘ ਨੂੰ ਕੈਦ ਰੱਖਿਆ ਗਿਆ ਸੀ। ਹੁਣ ਅਗਲਾ ਵਾਕ ਆ ਬੇਟਾ, ਰਚਨਾ ਸਕੂਲ ਨਹੀਂ ਗਈ ਕਿਉਂਕਿ ਉਸਨੂੰ ਬੁਖਾਰ ਹੈ। ਇਸੇ ਕਰਕੇ ਦੋਨੇ ਵਾਕ ਕਿਹਦੇ ਨਾਲ ਜੋੜੇ, ਕਿਉਂਕਿ ਨਾਲ। ਕਿਉਂਕਿ ਕੀ ਆ ਬੇਟਾ, ਅਧੀਨ ਯੋਜਕ। ਹਾਂਜੀ ਬੇਟੇ, ਹੁਣ ਆਪਾਂ ਇਹਦੀ ਅਭਿਆਸ ਕਰਾਂਗੇ। ਅਭਿਆਸ ਦੇ ਵਿੱਚ ਧਿਆਨ ਨਾਲ ਦੇਖਣਾ। ਹੁਣ ਜਿਵੇਂ ਬੇਟਾ ਪਹਿਲਾਂ ਹੀ ਦਿੱਤਾ ਹੋਇਆ, ਪਹਿਲਾਂ ਆਪਾਂ ਜਿਵੇਂ ਕਰ ਚੁੱਕੇ ਹਾਂ, ਯੋਜਕ ਤੋਂ ਕੀ ਭਾਵ। ਹੁਣ 4 ਆਪਸ਼ਨ ਦਿੱਤੀਆਂ ਹੋਈਆਂ ਨੇ, ਖੋਲ੍ਹਣ ਵਾਲਾ, ਜੋੜਨ ਵਾਲਾ, ਬੰਦ ਕਰਨ ਵਾਲਾ, ਭੇਜਣ ਵਾਲਾ। ਜਿਵੇਂ ਪਹਿਲਾਂ ਤੁਹਾਨੂੰ ਦੱਸਿਆ, ਯੋਜਕ ਤੋਂ ਕੀ ਭਾਵ ਹੁੰਦਾ, ਜੋੜਨ ਵਾਲਾ, ਠੀਕ ਆ। ਅਗਲਾ ਹੈ ਯੋਜਕ ਕਿਹਨਾਂ ਨੂੰ ਆਪਸ ਵਿੱਚ ਜੋੜਦੇ ਨੇ। ਸ਼ੁਰੂ 'ਚ ਦੱਸਿਆ ਸੀ ਬੇਟੇ, ਯੋਜਕ ਸ਼ਬਦਾਂ ਨੂੰ, ਵਾਕਾਂ ਨੂੰ, ਵਾਕਾਂਸ਼ਾਂ ਨੂੰ ਆਪਸ ਵਿੱਚ ਜੋੜਦੇ ਨੇ। ਇਸੇ ਕਰਕੇ ਆਪਾਂ ਕਿਹੜੀ ਆਪਸ਼ਨ ਟਿਕ ਕਰਾਂਗੇ, ਵਾਕਾਂ, ਵਾਕਾਂਸ਼ਾਂ ਨੂੰ। ਅੱਗੇ ਆ ਬੇਟੇ, ਯੋਜਕ ਕਿੰਨੀ ਪ੍ਰਕਾਰ ਦੇ ਹੁੰਦੇ ਨੇ। ਕਿੰਨੀ ਪ੍ਰਕਾਰ ਦੇ ਹੁੰਦੇ ਨੇ, ਯੋਜਕ 2 ਪ੍ਰਕਾਰ ਦੇ ਹੁੰਦੇ ਨੇ। ਕਿ, ਕਿਉਂਕਿ ਕਿਹੜੇ ਯੋਜਕ ਹਨ, ਕਿਹੜੇ ਯੋਜਕ ਨੇ ਬੇਟਾ, ਅਧੀਨ ਯੋਜਕ। ਅਗਲਾ ਹੈ ਸਗੋਂ, ਨਾਲੇ,
ਕਿਹੜੇ ਯੋਜਕ ਹਨ? ਕਿਹੜੇ ਨੇ? ਸਮਾਨ ਯੋਜਕ। ਅਤੇ ਤੇ ਕਿਹੜੇ ਯੋਜਕ ਹਨ? ਜਿਵੇਂ ਅਤੇ ਆਪਾਂ ਦੇਖਿਆ ਬੇਟੇ, ਅਤੇ ਦੋ ਸ਼ਬਦਾਂ ਨੂੰ ਆਪਸ ਵਿੱਚ, ਜਿਵੇਂ ਰਾਮ ਅਤੇ ਸ਼ਾਮ, ਕਾਪੀ ਅਤੇ ਕਿਤਾਬ, ਵੀ ਜਿੱਥੇ ਅਤੇ ਜਿਹੜਾ ਲੈ ਜਾਂਦਾ ਦੋ ਸਮਾਨ ਸ਼ਬਦਾਂ ਨੂੰ, ਵਾਕਾਂ ਨੂੰ ਆਪਸ ਵਿੱਚ ਜੋੜਨ ਲਈ ਇਹਦੀ ਵਰਤੋਂ ਕੀਤੀ ਜਾਂਦੀ ਹੈ। ਇਸੇ ਕਰਕੇ ਇਹ ਕੀ ਆ? ਸਮਾਨ ਯੋਜਕ। ਅਗਲਾ ਹੈ ਬੇਟਾ, ਰਾਮ ਨਾ ਕੇਵਲ ਈਮਾਨਦਾਰ ਹੈ ਬਲਕਿ ਮਿਹਨਤੀ ਵੀ ਹੈ। ਇਹਦੇ ਵਿੱਚੋਂ ਯੋਜਕ ਚੁਣਨਾ ਆਪਾਂ ਨੇ। ਹੁਣ ਇੱਥੇ ਦੋ ਵਾਕ ਨੇ ਬੇਟਾ, ਜਿਵੇਂ ਇੱਕ ਤਾਂ ਬਣ ਸਕਦਾ ਰਾਮ ਈਮਾਨਦਾਰ ਹੈ, ਰਾਮ ਮਿਹਨਤੀ ਵੀ ਹੈ। ਹੁਣ ਜਦ ਆਪਾਂ ਨੂੰ ਦੋ ਵਾਕਾਂ ਨੂੰ ਆਪਸ ਵਿੱਚ ਹੀ ਜੋੜਦੇ ਹਾਂ ਤਾਂ ਆਪਾਂ ਨੂੰ ਕੀ? ਯੋਜਕ ਦੀ ਵਰਤੋਂ ਕਰਨੀ ਪੈਂਦੀ ਆ। ਹੁਣ ਆਪਾਂ ਪਹਿਲੇ 'ਚ ਕੀ ਲਾਇਆ? ਨਾ ਕੇਵਲ। ਕੀ ਆ? ਰਾਮ ਨਾ ਕੇਵਲ ਈਮਾਨਦਾਰ ਹੈ ਬਲਕਿ ਮਿਹਨਤੀ ਵੀ ਹੈ। ਹੁਣ ਕਿਹੜਾ ਆਪਾਂ ਯੋਜਕ ਚੁਣਾਂਗੇ? ਬਲਕਿ, ਨਾ ਕੇਵਲ। ਹੁਣ ਅੱਗੇ ਬੇਟੇ ਵਾਕ ਦਿੱਤੇ ਹੋਏ ਨੇ, ਵਾਕਾਂ ਦੇ ਵਿੱਚੋਂ ਆਪਾਂ ਯੋਜਕ ਚੁਣਨਾ ਵੀ ਆ ਅਤੇ ਉਹਦੀ ਕਿਸਮ ਵੀ ਲਿਖਣੀ ਆ। ਹੁਣ ਪਹਿਲਾ ਵਾਕ ਆ ਬੇਟਾ, ਮੈਂ ਸੋਚਿਆ ਕਿ ਉਹ ਜ਼ਰੂਰ ਆਵੇਗਾ। ਹੁਣ ਪਹਿਲਾਂ ਆਪਾਂ ਦੱਸਿਆ ਤੁਹਾਨੂੰ ਕਿਸਮਾਂ ਦੇ ਵਿੱਚ ਵੀ ਜਿਹੜਾ ਕਿ, ਕਿਉਂਕਿ, ਇਹ ਕਿਹਦੇ ਵਿੱਚ ਆ ਜਾਂਦੇ ਨੇ? ਅਧੀਨ ਯੋਜਕ 'ਚ। ਹੁਣ ਇਸ ਵਾਕ ਦੇ ਵਿੱਚ ਯੋਜਕ ਕੀ ਹੋ ਗਿਆ? ਕਿ, ਅਤੇ ਉਹਦੀ ਕਿਸਮ ਕਿਹੜੀ ਆ? ਅਧੀਨ ਯੋਜਕ। ਹੁਣ ਅਗਲਾ ਵਾਕ ਆ ਬੇਟਾ, ਭਾਵੇਂ ਉਹ ਅਮੀਰ ਹੈ ਪਰ ਕੰਜੂਸ ਹੈ। ਹੁਣ ਇੱਥੇ ਬੇਟੇ ਦੋ ਵਾਕ ਨੇ, ਇੱਕ ਤਾਂ ਹੈਗਾ ਉਹ ਅਮੀਰ ਹੈ, ਦੂਜਾ ਕੀ ਵਾਕ ਬਣੂਗਾ? ਉਹ ਕੰਜੂਸ ਹੈ। ਪਰ ਆਪਾਂ ਦੋਨਾਂ ਵਾਕਾਂ ਨੂੰ ਜਦੋਂ ਆਪਸ ਵਿੱਚ ਹੀ ਜੋੜਿਆ ਤਾਂ ਆਪਾਂ ਪਹਿਲਾਂ ਕੀ ਲਾਇਆ? ਭਾਵੇਂ ਸ਼ਬਦ। ਭਾਵੇਂ ਉਹ ਅਮੀਰ ਹੈ ਪਰ ਕੰਜੂਸ ਹੈ। ਹੁਣ ਇਹਦੇ ਵਿੱਚ ਬੇਟੇ ਜਿਹੜੇ ਦੋਨੇ ਵਾਕ ਦਿੱਤੇ ਹੋਏ ਨੇ ਸਮਾਨ ਨੇ, ਬਰਾਬਰ ਨੇ ਉਹ ਦੋਨੇ ਵਾਕ। ਹੁਣ ਇੱਕ ਪੂਰਾ ਵਾਕ ਆ ਉਹ ਅਮੀਰ ਹੈ, ਦੂਜਾ ਵਾਕ ਆ ਉਹ ਕੰਜੂਸ ਹੈ। ਹੁਣ ਜਦ ਬਰਾਬਰ ਦੇ ਵਾਕਾਂ ਨੂੰ, ਸਮਾਨ ਵਾਕਾਂ ਨੂੰ ਆਪਸ ਵਿੱਚ ਹੀ ਆਪਾਂ ਜੋੜਦੇ ਹਾਂ, ਜਿਹੜੇ ਉਦੋਂ ਯੋਜਕ ਵਰਤਦੇ ਹਾਂ ਉਹ ਕੀ ਹੁੰਦੇ ਨੇ? ਸਮਾਨ ਯੋਜਕ। ਭਾਵੇਂ, ਹੁਣ ਪਹਿਲਾਂ ਤਾਂ ਆਪਾਂ ਚੁਣਾਂਗੇ ਭਾਵੇਂ, ਦੂਜਾ ਕੀ ਚੁਣਾਂਗੇ? ਪਰ। ਭਾਵੇਂ ਪਰ ਕੀ ਹੋ ਗਏ ਉਹ? ਸਮਾਨ ਯੋਜਕ। ਅਗਲਾ ਹੈ ਬੇਟਾ, ਹਰਜੀਤ ਗਰੀਬ ਹੈ ਪਰ ਬੇਈਮਾਨ ਨਹੀਂ ਹੈ। ਹੁਣ ਇੱਥੇ ਵੀ ਦੋ ਵਾਕ ਦਿੱਤੇ ਹੋਏ ਨੇ ਬੇਟੇ, ਆਪਾਂ ਦੋਨਾਂ ਨੂੰ ਕਿਹੜੇ ਸ਼ਬਦ ਨਾਲ ਜੋੜਿਆ? ਪਰ ਨਾਲ। ਹੁਣ ਯੋਜਕ ਕੀ ਚੁਣਾਂਗੇ? ਪਰ ਉਹਦੀ ਕਿਸਮ ਕਿਹੜੀ ਆ? ਸਮਾਨ ਯੋਜਕ, ਕਿਉਂਕਿ ਬੇਟਾ ਦੋਨੇ ਵਾਕ ਬਰਾਬਰ ਦੇ ਨੇ। ਅਗਲਾ ਵਾਕ ਆ, ਚਾਹੇ ਤੂੰ ਜੁਰਮਾਨਾ ਭਰ ਭਾਵੇਂ ਉਹ ਭਰੇ। ਹੁਣ ਇੱਥੇ ਯੋਜਕ ਨੇ ਬੇਟੇ ਚਾਹੇ ਸ਼ਬਦ ਆ ਅਤੇ ਭਾਵੇਂ ਸ਼ਬਦ ਆ, ਦੋਨੇ ਬਰਾਬਰ ਦੇ ਵਾਕ ਨੇ, ਦੋਨਾਂ ਨੂੰ ਚਾਹੇ ਅਤੇ ਭਾਵੇਂ ਦੇ ਨਾਲ ਜੋੜਤਾ। ਇਹ ਦੋਨੇ ਸ਼ਬਦ ਕੀ ਨੇ? ਸਮਾਨ ਯੋਜਕ। ਹੁਣ ਅਗਲਾ ਵਾਕ ਆ ਬੇਟਾ, ਗੁਰਜੀਤ ਨਾਲੇ ਝੂਠ ਬੋਲਦਾ ਹੈ ਨਾਲੇ ਹੁਸ਼ਿਆਰ ਬਣਦਾ ਹੈ। ਇਹਦੇ ਵਿੱਚ ਜਿਹੜੇ ਨਾਲੇ ਸ਼ਬਦ ਆ ਉਹ ਕੀ ਆ ਬੇਟਾ? ਯੋਜਕ ਆ, ਅਤੇ ਉਹਦੀ ਕਿਸਮ ਕਿਹੜੀ ਆ? ਸਮਾਨ ਯੋਜਕ, ਕਿਉਂਕਿ ਬੇਟਾ ਦੋਨੇ ਵਾਕ ਸਮਾਨ ਨੇ। ਅਗਲਾ ਵਾਕ ਆ ਬੇਟਾ, ਪ੍ਰੀਤ ਪੜ੍ਹਦਾ ਹੈ ਅਤੇ ਮਨਜੀਤ ਦੁੱਧ ਪੀਂਦੀ ਹੈ। ਹੁਣ ਪ੍ਰੀਤ ਪੜ੍ਹਦਾ ਹੈ ਇੱਕ ਵਾਕ ਹੋ ਗਿਆ, ਮਨਜੀਤ ਦੁੱਧ ਪੀਂਦੀ ਹੈ ਦੂਜਾ ਵਾਕ ਹੋ ਗਿਆ। ਪਰ ਦੋਨੇ ਵਾਕ ਬੇਟਾ ਸਮਾਨ ਨੇ, ਬਰਾਬਰ ਦੇ ਨੇ। ਦੋਨਾਂ ਨੂੰ ਆਪਾਂ ਕਿਹਦੇ ਨਾਲ ਜੋੜਤਾ? ਅਤੇ ਨਾਲ। ਅਤੇ ਕੀ ਹੋ ਗਿਆ? ਸਮਾਨ ਯੋਜਕ। ਹੁਣ ਅਗਲਾ ਵਾਕ ਆ ਬੇਟੇ, ਮੈਂ ਅੱਜ ਖੇਡ ਨਹੀਂ ਸਕਦਾ ਕਿਉਂਕਿ ਮੈਂ ਬਿਮਾਰ ਹਾਂ। ਹੁਣ ਇੱਥੇ ਦੋ ਵਾਕ ਦਿੱਤੇ ਹੋਏ ਨੇ ਬੇਟੇ, ਮੈਂ ਅੱਜ ਖੇਡ ਨਹੀਂ ਸਕਦਾ, ਮੈਂ ਬਿਮਾਰ ਹਾਂ। ਭਾਵ ਦੱਸਿਆ ਗਿਆ ਉਹਨੂੰ, ਅੱਗੇ ਖੇਡ ਨਹੀਂ ਸਕਦਾ ਉਹਦੀ ਅੱਗੇ ਵਿਆਖਿਆ ਕੀਤੀ ਗਈ ਆ ਵੀ ਮੈਂ ਬਿਮਾਰ ਹਾਂ। ਉਹਨੂੰ ਆਪਾਂ ਕਿਹਦੇ ਨਾਲ ਜੋੜਿਆ? ਕਿਉਂਕਿ ਨਾਲ। ਠੀਕ ਆ, ਕਿਉਂਕਿ ਇੱਕ ਵਾਕ ਦੂਜੇ 'ਤੇ ਡਿਪੈਂਡ ਆ, ਦੂਜੇ ਦੇ ਅਧੀਨ ਆ, ਇਸੇ ਕਰਕੇ ਕਿਉਂਕਿ ਕੀ ਆ ਬੇਟਾ? ਅਧੀਨ ਯੋਜਕ।
ਠੀਕ ਆ। ਹੁਣ ਮੈਨੂੰ ਉਮੀਦ ਆ ਕਿ ਤੁਸੀਂ ਸਾਰੇ ਸਮਝ ਗਏ ਹੋਵੋਗੇ ਵੀ ਯੋਜਕ ਕੀ ਹੁੰਦਾ। ਦੁਬਾਰਾ ਫੇਰ ਦੱਸਦੀ ਹਾਂ ਬੇਟੇ, ਯੋਜਕ ਜਿਹੜੇ ਸ਼ਬਦ ਦੋ ਸ਼ਬਦਾਂ ਨੂੰ, ਦੋ ਵਾਕਾਂ ਨੂੰ, ਦੋ ਵਾਕਾਂਸ਼ਾਂ ਨੂੰ ਆਪਸ ਵਿੱਚ ਜੋੜਦੇ ਨੇ ਉਹਨਾਂ ਨੂੰ ਯੋਜਕ ਕਿਹਾ ਜਾਂਦਾ। ਯੋਜਕ ਦੋ ਪ੍ਰਕਾਰ ਦੇ ਹੁੰਦੇ ਨੇ, ਸਮਾਨ ਯੋਜਕ ਅਤੇ ਅਧੀਨ ਯੋਜਕ।